ਜੈ ਗੁਰੂ ਜੀ। ਬਾਣੀ ਜੋ ਹੈ ਇੱਕ ਪਵਿੱਤਰ ਬਾਣੀ ਹੈ, ਜਿਹੜੀਆਂ ਸਾਡੀਆਂ ਅੱਖਾਂ ਨੂੰ ਖੋਲ ਦਿੰਦੀ ਸੀ। ਸਾਡੇ ਮਤਲਬ ਕਿ ਉਹ ਕਰਮਾਂ ਨੂੰ ਖੋਲਦੀ ਸੀਗੀ ਕਿ ਜੋ ਸਾਡੇ ਅੰਦਰ ਹੁੰਦਾ ਸੀਗਾ, ਉਹ ਬਾਣੀ ਦੇ ਵਿੱਚੋਂ ਹੀ ਸਭ ਕੁਝ ਮਿਲਦਾ ਸੀਗਾ। ਬਾਣੀ ਨੂੰ ਗੁਰੂ ਜੀ ਇਸ ਕਰਕੇ ਉਹ ਮਤਲਬ ਕਿ ਜ਼ਿਆਦਾ ਮਹੱਤਵ ਦਿੰਦੇ ਸੀਗੇ ਕਿ ਬੜੇ ਲੋਕ ਜਿੱਦਾਂ ਸਾਡੇ ਵਰਗੇ ਵੀ ਸੀ, ਬੜੇ ਲੋਕਾਂ ਦੇ ਅੰਦਰ ਬਹੁਤ ਸਵਾਲ ਜਵਾਬ ਉੱਠਦੇ ਸੀਗੇ। ਜਿਸ ਵਕਤ ਬਾਣੀ ਲੱਗ ਜਾਂਦੀ ਸੀ, ਉਹਦੇ ਵਿੱਚ ਸਾਡੀਆਂ ਰੂਹਾਨੀ ਅੱਖਾਂ ਖੁੱਲ ਜਾਂਦੀਆਂ ਸੀਗੀਆਂ। ਅੰਦਰ ਤੱਕ ਅਸੀਂ ਉਸ ਸ਼ਬਦ ਨੂੰ, ਉਸ ਬਾਣੀ ਨੂੰ ਸੁਣ ਕੇ ਨਿਹਾਲ ਹੋਣੇ ਸ਼ੁਰੂ ਹੋ ਜਾਂਦੇ ਸੀਗੇ, ਪਵਿੱਤਰ ਹੋਣੇ ਸ਼ੁਰੂ ਹੋ ਜਾਂਦੇ ਸੀਗੇ। ਉਹਦੇ ਵਿੱਚ ਸਾਨੂੰ ਜਵਾਬ ਵੀ ਮਿਲਣੇ ਸ਼ੁਰੂ ਹੋ ਜਾਂਦੇ ਸੀਗੇ, ਸਮਝ ਆਣੀ ਸ਼ੁਰੂ ਹੋ ਜਾਂਦੀ ਸੀ, ਪਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਸੀਗਾ। ਸਾਰਾ ਦਿਨ ਉਸ ਬਾਣੀ ਨੂੰ ਚਲਾਉਣ ਨੂੰ ਮਨ ਕਰਦਾ ਸੀਗਾ, ਸਾਰਾ ਦਿਨ ਰੱਬ ਵਿੱਚ ਰਹਿਣ ਨੂੰ ਮਨ ਕਰਦਾ ਸੀਗਾ। ਸਾਰਾ ਦਿਨ ਇੱਕ ਰੂਹਾਨੀ ਅੱਖਾਂ ਖੁੱਲੀਆਂ ਰਹਿੰਦੀਆਂ ਸੀਗੀਆਂ। ਬਾਣੀ ਦੇ ਨਾਲ ਤਾਂ ਮਤਲਬ ਸਾਰੀ ਦੁਨੀਆ ਦਾ ਹੀ ਕਲਿਆਣ ਹੋਇਆ ਕਿ ਜਦੋਂ ਵੀ ਕੋਈ ਸ਼ਬਦ ਸੁਣ ਲੈਂਦੇ ਸੀਗੇ, ਬਾਣੀ ਸੁਣ ਲੈਂਦੇ ਸੀਗੇ, ਉਹਦੇ ਵਿੱਚ ਕੋਈ ਸ਼ੰਕਾ ਨਹੀਂ ਸੀ ਰਹਿ ਜਾਂਦੀ। ਇੰਨੀ ਪਵਿੱਤਰ, ਇੰਨੀ ਅਧਿਆਤਮਿਕ, ਇੰਨੀ ਰੂਹਾਨੀ ਬਾਣੀ ਜਿਹੜੀ ਗੁਰੂ ਜੀ ਦੇ ਦਰਬਾਰ 'ਚ, ਗੁਰੂ ਜੀ ਦੇ ਕੋਲ ਬੈਠ ਕੇ ਅਸੀਂ ਸਾਰੀ ਦੁਨੀਆ ਨੇ ਸਿੱਖੀ, ਸਾਰੀ ਸੰਗਤ ਨੇ ਸਿੱਖੀ। ਬਾਣੀ ਦੇ ਟਾਈਮ ਬਾਣੀ ਹੀ ਚੱਲਦੀ ਸੀ ਔਰ ਸਾਰੀ ਸੰਗਤ ਅੱਖਾਂ ਬੰਦ ਕਰਕੇ ਆਪਣੀਆਂ ਰੂਹਾਨੀ ਅੱਖਾਂ ਖੋਲ ਕੇ ਬੈਠਦੀ ਸੀ, ਜੋ ਗੁਰੂ ਜੀ ਇੱਕ ਤਾਕਤ ਦਿੰਦੇ ਸੀਗੇ। ਉਹਦੇ ਵਿੱਚ ਕੋਈ ਡਾਂਸ, ਕੋਈ ਭਜਨ, ਕੋਈ ਕੁਝ ਨਹੀਂ ਹੁੰਦਾ ਸੀ, ਸਿਰਫ ਬਾਣੀ ਹੀ ਚੱਲਦੀ ਸੀ। ਔਰ ਗੁਰੂ ਜੀ ਨੇ ਕਦੀ ਕਿਸੇ ਨੂੰ ਨਹੀਂ ਕਿਹਾ ਵੀ ਦੂਜੇ ਭਜਨ ਸੁਣੋ, ਉੱਠ ਕੇ ਨੱਚੋ, ਨਹੀਂ। ਉਸ ਟਾਈਮ ਕੁਝ ਨਹੀਂ ਹੁੰਦਾ ਸੀਗਾ, ਸਿਰਫ ਬਾਣੀ ਨੂੰ ਬੜੇ ਧਿਆਨ ਨਾਲ ਸੁਣਦੇ ਸੀ। ਜੇ ਕੋਈ ਕਹਿ ਵੀ ਦਿੰਦਾ ਸੀ ਗੁਰੂ ਜੀ ਸਾਨੂੰ ਸਮਝ ਨਹੀਂ ਆਉਂਦੀ, ਕਹਿੰਦੇ ਤੈਂ ਕਿਆ ਕਰਨਾ ਸਮਝ ਕੇ, ਸੁਣ ਤੂੰ। ਜੇ ਗੁਰੂ ਜੀ ਨੂੰ ਕਿਸੇ ਨੇ ਕਹਿਣਾ ਗੁਰੂ ਜੀ ਆਪਾਂ ਦੇ ਤਾਂ ਪੱਲੇ ਹੀ ਕੱਖ ਨਹੀਂ ਪੈਂਦਾ, ਗੁਰੂ ਜੀ ਕਹਿੰਦੇ 10 ਵਾਰੀ ਸੁਣ ਲੈ, ਇੱਕੋ ਸੁਣੀ ਜਾ, ਜ਼ਰੂਰੀ ਥੋੜੇ ਨਾ ਜਿਹੜਾ ਇੱਥੇ ਸੁਣ ਗਈ ਉਹਨੂੰ ਘਰ ਜਾ ਕੇ ਬਾਰ-ਬਾਰ ਸੁਣੀ ਜਾ, ਆਪੇ ਸਮਝ ਆ ਜੂ ਤੈਨੂੰ। ਲੇਕਿਨ ਇਸ ਤਰ੍ਹਾਂ ਦਾ ਗੁਰੂ ਜੀ ਨੇ ਕੁਝ ਨਹੀਂ ਕੀਤਾ ਕਿ ਅਸੀਂ ਉੱਥੇ ਡਾਂਸ ਕਰੀਏ ਬਾਣੀ ਦੇ ਵਿੱਚ, ਇਦਾਂ ਦਾ ਕੁਝ ਨਹੀਂ ਸੀਗਾ। ਗੁਰੂ ਜੀ ਮਰਿਆਦਾ ਦੇ ਵਿੱਚ ਆਪ ਵੀ ਸੀ ਔਰ ਸਾਰੀ ਸੰਗਤ ਨੂੰ ਉਹਨਾਂ ਨੇ ਮਰਿਆਦਾ 'ਚ ਰੱਖਿਆ ਹੋਇਆ ਸੀ। ਬਾਣੀ ਐਸੀ ਰੂਹਾਨੀ ਇੱਕ ਤਾਕਤ ਸੀ ਕਿ ਜਿਹਦੇ ਵਿੱਚ ਸਾਰਿਆਂ ਨੂੰ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਹੀ ਉਸਨੂੰ ਸੁਣਨਾ ਪੈਂਦਾ ਸੀਗਾ ਔਰ ਸਾਰੇ ਉਹੀ ਸੁਣਦੇ ਸੀ। ਕੋਈ ਵਿੱਚ ਡਿਸਟਰਬੈਂਸ ਨਹੀਂ ਸੀ ਹੁੰਦੀ, ਕੋਈ ਡਿਸਿਪਲਨ ਦੇ ਵਿੱਚ ਸਾਰੇ ਰਹਿੰਦੇ ਸੀ ਹਰ ਬੰਦਾ, ਔਰ ਉਹਦੇ ਵਿੱਚ ਕੋਈ ਨਾਚ ਗਾਣਾ ਕੁਝ ਨਹੀਂ ਸੀ ਹੁੰਦਾ। ਇਸ ਤਰ੍ਹਾਂ ਦਾ ਗੁਰੂ ਜੀ ਨੇ ਕਦੀ ਵੀ ਨਹੀਂ ਕੀਤਾ। 12 ਸਾਲ ਨਾਲ ਰਹੀ ਹਾਂ, ਕਦੀ ਮੈਂ ਇਸ ਤਰ੍ਹਾਂ ਦਾ ਮਾਹੌਲ ਦੇਖਿਆ ਨਹੀਂ। ਇੱਕ ਜਿੱਦਾਂ ਭਾਈ ਹਰਜਿੰਦਰ ਸਿੰਘ ਸੀਗੇ, ਉਹਨਾਂ ਦੇ ਕੁਝ ਸ਼ਬਦ ਗੁਰੂ ਜੀ ਨੇ ਬਲੈਸ ਕੀਤੇ ਸੀਗੇ। ਸਭ ਤੋਂ ਜਿਹੜਾ ਜ਼ਿਆਦਾ ਸ਼ਬਦ ਸੀਗਾ ਉਹ ਸੀਗਾ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਈ। ਔਰ ਉਹਦੇ ਵਿੱਚ ਗੁਰੂ ਜੀ ਨੇ ਜਿੱਦਾਂ ਇੱਕ ਲਾਸਟ ਦੇ ਵਿੱਚ ਚੱਲਦਾ ਸੀ, ਡੁੱਬੇ ਪਾਓ ਜਲ ਕੱਢ ਲੋ ਜਨ ਨਾਨਕ ਕੀ ਅਰਦਾਸ। ਗੁਰੂ ਜੀ ਕਹਿੰਦੇ ਸੀਗੇ ਕਿ ਇਹ ਸਾਰਾ ਜਿਹੜਾ ਸੰਸਾਰ ਹੈ ਇਹ ਤਾਂ ਬਸ ਜ਼ਹਿਰ ਨਾਲ ਭਰਿਆ ਹੋਇਆ ਹੈ, ਇਹਨਾਂ ਨੂੰ ਪਰਮਾਤਮਾ ਕੱਢੋ ਬਾਹਰ, ਇਹਨਾਂ ਦੇ ਅੰਦਰ ਜੋ ਭਰਿਆ ਹੋਇਆ ਇਸ ਨੂੰ ਬਾਹਰ ਕੱਢੋ। ਉਹੀ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸ਼ਬਦ ਸਾਡੇ ਟਾਈਮ ਚੱਲਦੇ ਸੀ ਭਾਈ ਹਰਜਿੰਦਰ ਸਿੰਘ ਦੇ, ਜਗਾਦਰੀ ਵਾਲੇ ਹਰਬੰਸ ਸਿੰਘ ਜੀ ਦੇ, ਸਵਾਸਾਂ ਦੀ ਮਾਲਾ ਨਾਲ ਸਿਮਰਾ ਮੈਂ ਤੇਰਾ ਨਾਮ, ਜਿਸ ਤਰ੍ਹਾਂ ਜੋਗਿੰਦਰ ਸਿੰਘ ਦੇ ਸੀਗੇ ਡੁੱਬਦੇ ਪੱਥਰ ਤਾਰੇ, ਪਰਮਾਤਮਾ ਨੂੰ ਹੀ ਤਾਨਾ ਦਿੰਦੀ ਹੈ ਕਿ ਇਹ ਕਿੱਦਾਂ ਦਾ ਰੱਬ ਹੈ ਜਿਹੜੀ ਤੂੰ ਪੂਜਾ ਕਰੀ ਜਾਂਦਾ ਹੈ। ਉਹ ਗੁਰੂ ਜੀ ਤੇ ਸਿਖਾਉਂਦੇ ਸੀਗੇ ਕਿ ਤਾਨਾ ਮਾਰਦੀ ਪਈ ਹੈ, ਸੇਠ ਬਿਠਾਉਂਦਾ ਨਹੀਂ ਪਿਆ, ਅਮੀਰ ਹੈ ਉਹ ਕਹਿੰਦਾ ਨਹੀਂ, ਲੱਤ ਮਾਰ ਕੇ ਸੁੱਟਦਾ ਉਹਨਾਂ ਨੂੰ, ਕਬੀਰ ਜੀ ਨੂੰ। ਤੇ ਉਹ ਕਹਿੰਦੇ ਨੇ ਕਿ ਕਿੱਦਾਂ ਦੀ ਤੂੰ ਇਹਦੀ ਪੂਜਾ ਕਰੀ ਜਾਂਦਾ, ਦੇਖ ਸਾਡਾ ਅੱਜ ਕਿੰਨਾ ਬੁਰਾ ਹਾਲ ਹੈ। ਜਿਸ ਪੱਥਰ ਤੇ ਬੈਠੀ ਉਹੀ ਟਹਿ ਗਿਆ ਔਰ ਸਿਰ ਤੋਂ ਪਹਿਲੇ ਪਹੁੰਚ ਗਿਆ। ਉੱਥੇ ਬੈਠ ਕੇ ਅਸੀਂ ਭੇਦਭਾਵ ਨੂੰ ਦੂਰ ਕਰਨ ਦਾ ਸਲੀਕਾ ਗੁਰੂ ਜੀ ਤੋਂ ਸਿੱਖਿਆ। ਔਰ ਇੱਕ ਸਤਵਿੰਦਰ ਸਿੰਘ ਸੀਗੇ, ਲੇਕਿਨ ਜਿਹੜੇ ਬਲੈਸਡ ਸ਼ਬਦ ਉਹਨਾਂ ਦੇ ਸੀਗੇ, ਜਾਂ ਬਲੈਸ ਸਾਰੇ ਰਾਗੀ ਨਹੀਂ ਸੀ ਕੀਤੇ ਨਾ, ਸਾਰੇ ਰਾਗੀਆਂ ਦੇ ਸਾਰੇ ਸ਼ਬਦ ਬਲੈਸ ਕੀਤੇ ਸੀਗੇ। ਮੇਰੇ ਸਤਿਗੁਰਾਂ ਦਾ ਗੁਰੂ ਜੀ ਕਹਿੰਦੇ ਸੀ ਮੈਂ ਲਿਖਿਆ ਸ਼ਬਦ ਹੈ, ਇਹ ਮੇਰਾ ਲਿਖਿਆ ਹੋਇਆ ਸ਼ਬਦ ਹੈ। ਗੁਰੂ ਜੀ ਪੂਰਾ ਸ਼ਬਦ ਨਾਲ ਬੋਲਿਆ ਕਰਦੇ ਸੀ ਐਂਡ ਤੱਕ, ਔਰ ਬਾਣੀ ਸਾਰੀ ਗੁਰੂ ਜੀ ਨਾਲ ਗਾਇਆ ਕਰਦੇ ਸੀ। ਔਰ ਇੰਨਾ ਇਸ ਰਾਗੀਆਂ ਨੂੰ ਵੀ ਗੁਰੂ ਜੀ ਨੇ ਬਲੈਸ ਕੀਤਾ, ਇਹਨਾਂ ਦੇ ਕੋਲ ਵੀ ਜਾਇਆ ਕਰਦੇ ਸੀ, ਇਹ ਵੀ ਆਇਆ ਕਰਦੇ ਸੀ ਔਰ ਉਹਨਾਂ ਨੂੰ ਕਹਿੰਦੇ ਸੀ ਇਹ ਲਿਖੋ, ਇਹ ਕਰੋ, ਉਹੀ ਸ਼ਬਦ ਉੱਥੇ ਚੱਲਿਆ ਕਰਦੇ ਸੀਗੇ। ਕੁਝ ਸ਼ਬਦ ਬਲੈਸਡ ਸੀਗੇ ਰਾਗੀਆਂ ਦੇ। ਰਾਗੀ ਤਾਂ ਕਈ ਹੈਗੇ ਨੇ ਔਰ ਸਾਡੇ ਟਾਈਮ ਜਿਸ ਦੇ ਵੀ ਹੁੰਦੇ ਸੀ ਸਾਨੂੰ ਉਹਦੀਆਂ ਕੈਸਟਾਂ ਵੀ ਮਿਲਿਆ ਕਰਦੀਆਂ ਸੀਗੀਆਂ, ਕਿਉਂਕਿ ਗੁਰੂ ਜੀ ਦਾ ਇੱਕ ਆਪਣਾ ਤਰੀਕਾ ਸੀਗਾ। ਉਹ ਕਹਿੰਦੇ ਸੀ ਬਾਬਾ ਨਹੀਂ ਹੈ ਮੈਂ ਗੁਰੂ ਜੀ ਹਾਂ, ਉਹਨਾਂ ਦਾ ਆਪਣਾ ਤਰੀਕਾ ਸੀਗਾ ਕਿ ਕੈਸਟ ਲੈ ਜਾਓ ਘਰ ਜਾ ਕੇ ਇਸਨੂੰ ਅੱਛੇ ਮਨ ਨਾਲ ਸੁਣੋ ਕਿ ਇਹ ਤੁਹਾਡੀਆਂ ਰੂਹਾਨੀ ਅੱਖਾਂ ਖੋਲਣ ਵਾਲੀ ਇਸ ਵਿੱਚ ਬਾਣੀ ਹੈ। ਉਹ ਰਾਗੀਆਂ ਦੀ ਕੈਸਟ ਨੂੰ ਵੀ ਗੁਰੂ ਜੀ ਕਈ ਵਾਰੀ ਵੰਡ ਦਿੰਦੇ ਸੀ। ਬੰਦੇ ਖੋਜ ਹਰ ਰੋਜ਼ ਫਿਰ ਨਾ ਪਰੇਸ਼ਾਨੀ ਮਾਨੇ, ਬੰਦੇ ਖੋਜ ਹਰ ਰੋਜ਼ ਫਿਰ ਨਾ ਪਰੇਸ਼ਾਨੀ ਮਾਨੇ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਈ। ਇਹ ਸ਼ਬਦ ਦਾ ਪੂਰਾ ਜਿਹੜੀ ਬਾਣੀ ਦਾ ਇਸ ਸ਼ਬਦ ਦੇ ਵਿੱਚ, ਇੱਕੋ ਹੀ ਇਸ ਸ਼ਬਦ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਕਿ ਆਪਣੇ ਮਨ ਨੂੰ, ਆਪਣੀ ਆਤਮਾ ਨੂੰ, ਆਪਾਂ ਲਈ ਕੋਈ ਵੀ ਵੱਡਾ ਛੋਟਾ ਨਹੀਂ ਹੈ। ਆਪਣਾ ਜਿਹੜਾ ਸੰਸਾਰ ਹੈ, ਇਹ ਜਿਹੜਾ ਮਨ ਹੈ ਸਮੁੰਦਰ ਦੀ ਤਰ੍ਹਾਂ ਜ਼ਹਿਰ ਭਰਿਆ ਹੋਇਆ ਹੈ, ਇਹਦੇ ਵਿੱਚੋਂ ਪਰਮਾਤਮਾ ਸਾਨੂੰ ਬਾਹਰ ਕੱਢਦਾ ਹੈ। ਇਸ ਸ਼ਬਦ ਨੂੰ ਗੁਰੂ ਜੀ ਬਹੁਤ ਪਿਆਰ ਨਾਲ, ਬਹੁਤ ਚੰਗੇ ਮਨ ਨਾਲ ਗਾਇਆ ਕਰਦੇ ਸੀ। ਫਿਰ ਇੱਕ ਸ਼ਬਦ ਸੀ ਪਵਨ ਮੇਂ ਪਵਨ ਸਮਾਇਆ, ज्योति में ज्योत रल जाया, माटी माटी हुई एक, रोवन हार की कोना टेक। ਇਹ ਸ਼ਬਦ ਦੇ ਵਿੱਚ ਗੁਰੂ ਜੀ ਕਹਿੰਦੇ ਸੀ ਮੈਂ ਕਾਲ ਨੂੰ ਵੀ ਹੱਥ ਪੜਿਆ,
ਔਰ ਬਾਕੀ ਜਦੋਂ ਜਿਹੜੇ ਸ਼ਬਦ ਗੁਰੂ ਜੀ ਗਾਉਂਦੇ ਸੀਗੇ ਔਰ ਅਸੀਂ ਸੁਣਦੇ ਸੀਗੇ ਬੈਠ ਕੇ, ਨਾਲ ਗੁਰੂ ਜੀ ਬੋਲਦੇ ਸੀ, ਔਰ ਉਹਨਾਂ ਸ਼ਬਦਾਂ ਦੀ ਵਾਕਈ ਕੋਈ ਉਹ ਸੀਗੇ। ਇਹ ਹੁਣ ਅਸੀਂ ਜਦੋਂ ਹੁਣ ਆਏ ਆ, ਇਸ ਉਮਰ ਚ ਆਏ ਆ, ਪਵਨ ਮੇ ਪਵਨ ਸਮਾਇਆ, ਇਹ ਹੁਣ ਸ਼ਬਦ ਦੀ ਸਮਝ ਆਈ ਹੈ ਕਿ ਜਿਹੜੀ ਇਹ ਦੇਹ ਹੈ ਇਹ ਮਿੱਟੀ ਦੇ ਵਿੱਚ ਹੀ ਰਲ ਜਾਣੀ ਹੈ ਜਦੋਂ ਅਸੀਂ ਜਾਣਾ। ਜਿੰਨਾ ਮਰਜੀ ਘਰ ਦੇ ਬਾਹਰਲੇ ਸੰਗਤ ਜੀ ਜਿਨ੍ਹਾਂ ਨੂੰ ਆਪਾਂ ਬਹੁਤ ਪਿਆਰ ਕਰਦੇ ਹਾਂ, ਜਿਨ੍ਹਾਂ ਨੂੰ ਗੱਲ ਨਾਲ ਲਾ ਕੇ ਰੱਖਦੇ ਹਾਂ, ਉਹੀ ਸਾਨੂੰ ਇਸ ਮਿੱਟੀ ਨੂੰ ਤੁਰੰਤ ਬਾਹਰ ਕੱਢ ਕੇ ਜਲਾ ਕੇ ਆ ਜਾਂਦੇ ਆ। ਇਹ ਦੇਹ ਇੱਕ ਮਿੱਟੀ ਹੈ ਤੇ ਮਿੱਟੀ 'ਚ ਮਿਲ ਕੇ ਮਿੱਟੀ ਹੋ ਜਾਂਦੀ ਹੈ। ਇਹ ਸ਼ਬਦ ਦਾ ਸਾਨੂੰ ਹੁਣ ਸਮਝ ਆਈ ਹੈ। ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਈ। ਉਹ ਕਹਿੰਦੇ ਸੀ ਮੇਰੇ ਸਤਿਗੁਰਾ ਤੂੰ ਹੀ ਮੇਰਾ ਸਹਾਰਾ ਹੈ। ਇਹ ਸਾਨੂੰ ਗੁਰੂ ਜੀ ਇਸ ਸ਼ਬਦ ਦੇ ਰਾਹੀਂ ਸਾਨੂੰ ਪਤਾ ਲੱਗਿਆ ਜਦੋਂ ਗੁਰੂ ਜੀ ਨੇ ਚੋਲਾ ਛੱਡਿਆ, ਜਦੋਂ ਸਾਨੂੰ ਗੁਰੂ ਜੀ ਦੀ ਸਮਾਧੀ ਦੇਖੀ, ਉਸ ਸ਼ਬਦ ਦਾ ਇੰਨਾ ਗਿਆਨ ਹੋਇਆ ਕਿ ਸਾਡਾ ਅੱਜ ਵੀ ਸਹਾਰਾ ਸਤਿਗੁਰੂ ਹੈ ਔਰ ਸਤਿਗੁਰ ਦੇ ਬਿਨਾਂ ਕੋਈ ਨਹੀਂ ਹੈ। ਉਹੀ ਸਾਨੂੰ ਚੰਗਿਆਈਆਂ ਬੁਰਾਈਆਂ ਤੋਂ ਦੂਰ ਰੱਖਦਾ ਹੈ, ਉਹੀ ਸਾਨੂੰ ਸਾਰੀ ਚੰਗੀਆਂ ਗੱਲਾਂ ਸਿਖਾਉਂਦਾ ਹੈ, ਉਹੀ ਸਾਡੇ ਲਈ ਸਭ ਕੁਝ ਕਰਦਾ ਹੈ। ਸ਼ਬਦਾਂ ਦੇ ਵਿੱਚ ਜਿਹੜਾ ਗੁਰੂ ਜੀ ਦੇ ਪਿਆਰੇ ਸ਼ਬਦ ਸੀਗੇ, ਐਸੀ ਡੁੱਬੇ ਪੱਥਰ ਤਾਰੇ, ਰੱਖ ਚਰਨਾਂ ਦੀ ਮੋਜ ਬੜੀ, ਮੇਰਾ ਵਾਲਿਆ ਸਾਈਆਂ ਰੱਖੀ ਚਰਨਾਂ ਦੇ ਕੋਲ। ਇਹਦੀ ਹੁਣ ਸਮਝ ਆਉਂਦੀ ਹੈ ਪਦ ਨੂੰ ਅਸੀਂ ਜਦੋਂ ਕਰਦੇ ਸੀਗੇ ਕਿ ਮੇਰਾ ਵਾਲਿਆ ਸਾਈਆਂ ਰੱਖੀ ਚਰਨਾਂ ਦੇ ਕੋਲ। ਇਹ ਸ਼ਬਦ ਨੂੰ ਹੁਣ ਸਮਝ ਆਉਂਦੀ ਹੈ ਕਿ ਰੱਬ ਸਾਡਾ ਵਾਕਈ ਮੇਰਾ ਵਾਲਾ ਸਾਈਆਂ ਰੱਖੀ ਚਰਨਾਂ ਦੇ ਕੋਲ। ਅੱਜ ਵੀ ਉਹਨੇ ਸਾਧ ਸੰਗਤ ਨੂੰ ਆਪਣੇ ਚਰਨਾਂ ਦੇ ਕੋਲ ਹੀ ਰੱਖਿਆ ਹੋਇਆ। ਸਾਰੇ ਅਸੀਂ ਉਹਨਾਂ ਦੇ ਚਰਨਾਂ ਨਾਲ ਲਿਪਟੇ ਪਏ ਹਾਂ। ਅੱਜ ਸ਼ਬਦਾਂ ਦੀ ਸਮਝ ਆਉਂਦੀ ਹੈ ਕਿ ਜਦੋਂ ਚਰਨਾਂ ਦੇ ਕੋਲ ਰੱਬ ਰੱਖ ਲੈਂਦਾ ਹੈ ਤੇ ਆਪਾਂ ਦੇ ਉਹ ਕਾਰਜ ਵੀ ਪੂਰੇ ਕਰਦਾ ਹੈ ਕਿ ਜਿਹੜੇ ਅਸੀਂ ਕਦੀ ਸੋਚੇ ਵੀ ਨਹੀਂ ਹੈ। ਚਰਨਾਂ 'ਚ ਬੈਠਦੇ ਹੀ ਉਹ ਸਾਨੂੰ ਉੱਪਰ ਤੋਂ ਲੈ ਕੇ ਨੀਚੇ ਤੱਕ ਆਪਣੇ ਅੰਦਰ ਸਮੇਟ ਲੈਂਦੇ ਨੇ। ਹਰ ਸ਼ਬਦ ਦੇ ਵਿੱਚ ਇੱਕ ਰੂਹਾਨੀ ਤਾਕਤ, ਹਰ ਸ਼ਬਦ ਜੋ ਗੁਰੂ ਜੀ ਨੂੰ ਪਿਆਰਾ ਲੱਗਦਾ ਸੀਗਾ, ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ। ਇਹ ਵੀ ਕਦੀ ਉੱਥੇ ਲੱਗਦਾ ਸੀਗਾ ਸ਼ਬਦ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਰਿੱਠਿਆਂ ਨੂੰ ਬੇਰ ਕਰ ਦਿੱਤਾ, ਮਿੱਠੇ ਕਰਤਾ। ਵੀ ਕੋੜੇ ਜਿਹੜੀ ਚੀਜ਼ਾਂ ਨੂੰ ਅੱਜ ਵੀ ਜਿੱਥੇ ਹੈਗਾ ਉੱਥੇ ਲੱਗੇ ਹੋਏ ਆ ਕਿ ਰਿੱਠਿਆਂ ਨੂੰ ਉਹਨਾਂ ਨੇ ਮਿੱਠਾ ਕਰਤਾ। ਜਿਹੜੇ ਰਿੱਠੇ ਦੇ ਵਿੱਚ ਦੇਖੋ ਇੱਕ ਸਰਫ ਦਾ ਕੰਮ ਕਰਦਾ ਰਿੱਠਾ, ਕੋੜਾ ਜਿਸ 'ਚ ਅਸੀਂ ਕੱਪੜੇ ਧੋਂਦੇ ਨਹੀਂ, ਉਹਦਾ ਇੱਕ ਮਤਲਬ ਇਹ ਵੀ ਸਮਝ ਆਉਂਦਾ, ਚਾਹੇ ਉਹ ਪੇੜ ਲੱਗਿਆ ਹੋਇਆ ਹੈ, ਕਿ ਸਾਡਾ ਜਿਹੜਾ ਮਨ ਹੈਗਾ ਉਹ ਇੱਕ ਰਿੱਠਾ ਹੀ ਹੈ। ਇਹ ਤਦ ਹੀ ਮਿੱਠਾ ਹੁੰਦਾ ਜਦੋਂ ਅਸੀਂ ਗੁਰੂ ਦੇ ਦੁਆਰਾਂ ਦੇ ਵਿੱਚ ਬੈਠਦੇ ਹਾਂ, ਗੁਰੂ ਜੀ ਦੇ ਕੋਲ ਬੈਠਦੇ ਹਾਂ, ਗੁਰੂ ਜੀ ਦੇ ਸ਼ਬਦ ਸੁਣਦੇ ਨੇ। ਜੋ ਗੁਰੂ ਜੀ ਦੇ ਵਧੀਆ ਵਧੀਆ ਸ਼ਬਦ ਹੁੰਦੇ ਸੀਗੇ ਜਿਹੜੇ ਸਾਨੂੰ ਰੂਹਾਨੀ ਇੱਕ ਤਾਕਤ ਦਿੰਦੇ ਸੀਗੇ, ਉਹ ਗੁਰੂ ਜੀ ਦਾ ਸਭ ਤੋਂ ਪਿਆਰਾ ਸ਼ਬਦ ਸੀ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਈ। ਸਭ ਤੋਂ ਪਿਆਰਾ ਸ਼ਬਦ ਸੀ ਗੁਰੂ ਜੀ ਦਾ ਇਹ। ਔਰ ਫਿਰ ਸੀਗਾ ਇੱਕ ਛਿਨ ਦਰਸ਼ ਦਿਖਾਏ ਜੀ, ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਇਹ ਵੀ ਅਸੀਂ ਸ਼ਬਦ ਨੂੰ ਅੱਜ ਯਾਦ ਕਰਦੇ ਹਾਂ। ਔਰ ਇਸ ਸ਼ਬਦ ਦੇ ਵਿੱਚ ਵੀ ਹੈ ਕਿ ਅਸੀਂ ਗੁਰੂ ਜੀ ਨੂੰ ਉਹ ਸ਼ਬਦਾਂ ਨੂੰ ਜਦੋਂ ਸੁਣਦੇ ਸੀਗੇ ਬੈਠ ਕੇ ਤੇ ਅਸੀਂ ਗੁਰੂ ਜੀ ਦੇ ਇੰਤਜ਼ਾਰ ਵਿੱਚ ਬੈਠੇ ਹੁੰਦੇ ਸੀ ਔਰ ਉਹ ਬਲੈਸ ਸ਼ਬਦ ਗੁਰੂ ਜੀ ਦਾ ਲੱਗਿਆ ਹੁੰਦਾ ਸੀਗਾ। ਔਰ ਅੱਜ ਵਾਕਈ ਇਹਨਾਂ ਸ਼ਬਦਾਂ ਤੋਂ ਦੂਰ ਹੀ ਹੁੰਦੇ ਜਾ ਰਹੇ ਹਨ ਸਾਰੇ, ਕਿਉਂਕਿ ਇਹ ਸ਼ਬਦ ਬਾਣੀ ਸਤਸੰਗ 'ਚ ਲੱਗਣੀ ਬਹੁਤ ਜ਼ਰੂਰੀ ਹੈ। ਆਰਤੀ ਜਿਹੜੀ ਆ ਉਹ ਇੱਕ ਹੀ ਹੋਣੀ ਚਾਹੀਦੀ ਹੈ, ਉਹ ਵੀ ਸ਼ਿਵ ਆਰਤੀ। ਔਰ ਕੋਈ ਆਰਤੀ ਨਹੀਂ ਹੋਣੀ ਚਾਹੀਦੀ, ਔਰ ਆਰਤੀ ਨੂੰ ਇੱਕ ਵਾਰੀ ਹੋਣਾ ਚਾਹੀਦਾ ਹੈ। ਬਾਕੀ ਸਾਰੀ ਚਾਹੇ ਇੱਕ ਬੰਦਾ ਥਾਲੀ ਲੈ ਕੇ ਆਰਤੀ ਕਰ ਲੇ, ਜ਼ਰੂਰੀ ਨਹੀਂ ਹੈ ਸਾਰੀ ਸੰਗਤ ਉਸ ਥਾਲੀ ਨੂੰ ਹੱਥ ਲਗਾਏ ਔਰ ਸਾਰੀ ਸੰਗਤ ਉਸ ਆਰਤੀ ਨੂੰ ਇਸ ਤਰ੍ਹਾਂ ਕਰੇ। ਨਹੀਂ, ਅਗਰ ਸਾਰੀ ਸੰਗਤ ਹੱਥ ਜੋੜ ਕੇ ਵੀ ਬੈਠੇਗੀ ਜਾਂ ਖੜੀ ਹੋਏਗੀ, ਉਸ ਨੂੰ 14 ਭਵਨ ਉਹਦਾ ਨਮਸਕਾਰ 14 ਭਵਨਾਂ 'ਚ ਜਾਏਗਾ। ਰੱਬ ਉਹਨਾਂ ਦੀ ਇੱਕ ਇੱਕ ਜੋ ਉਹਨਾਂ ਦੇ ਅੰਦਰ ਵਿਸ਼ਾ ਸੁਣੇਗਾ। ਆਰਤੀ ਦੀ ਥਾਲੀ ਨੂੰ ਹੱਥ ਲਗਾ ਕੇ ਆਰਤੀ ਕਰਨ ਦੇ ਨਾਲ ਕੁਝ ਨਹੀਂ ਹੈ। ਗੁਰੂ ਜੀ ਕਹਿੰਦੇ ਨਹੀਂ ਸੀਗੇ ਕਿ ਅੰਦਰ ਜੋਤ ਜਗਾਓ, ਆਰਤੀ ਸਾਡੇ ਅੰਦਰ ਹੀ ਹੈ, ਜੋਤ ਸਾਡੇ ਅੰਦਰ ਹੀ ਹੈ। ਜਦੋਂ ਅਸੀਂ ਹੱਥ ਜੋੜ ਕੇ ਆਪਣੇ ਰੂਹਾਨੀ ਅੱਖਾਂ ਨਾਲ ਅਸੀਂ ਆਪਣੀ ਜੋਤ ਜਲਾਉਂਦੇ ਹਾਂ, ਅਸੀਂ ਆਪਣੀ ਆਰਤੀ ਆਪਣੇ ਆਪ ਹੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਹ ਕੀ ਹੈ ਕਿ ਉਹਨੇ ਆਰਤੀ ਨਹੀਂ ਲਈ, 2-3 ਵਾਰੀ ਆਰਤੀ ਨਹੀਂ, ਗਲਤ ਹੈ, ਬਹੁਤ ਹੀ ਗਲਤ ਹੋ ਰਿਹਾ। ਉਹ ਲੱਗ ਰਿਹਾ ਕਿ ਘੋਰ ਕਲਯੁਗ ਹੈ। ਇੰਨਾ ਗਲਤ ਹੋ ਰਿਹਾ ਕਿ ਜਿਸ ਆਰਤੀ ਨੂੰ ਮੰਦਿਰ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਮਸਜਿਦ ਚਲੇ ਜਾਓ, ਜਿੱਦਾਂ ਮਰਜ਼ੀ ਚਲੇ ਜਾਓ, ਜਿਹੜੀ ਗੁਰੂ ਜੀ ਦੀ ਪ੍ਰੇਅਰ ਹੈ, ਚਾਹੇ ਉਹ ਕਿਸੇ ਦੇ ਵੀ ਗੁਰੂ ਜੀ ਹੈ, ਰੱਬ ਦੀ ਜੋ ਪ੍ਰੇਅਰ ਹੈ ਇੱਕ ਵਾਰੀ ਹੁੰਦੀ ਹੈ, ਆਰਤੀ ਇੱਕੋ ਵਾਰੀ ਹੁੰਦੀ ਹੈ। ਆਰਤੀ ਨੂੰ ਬਾਰ-ਬਾਰ ਕਰਨਾ ਜਾਂ ਆਰਤੀ ਨੂੰ ਦਾ ਨਿਰਾਦਰ ਕਰਨਾ, ਦੋ ਆਰਤੀਆਂ ਨੂੰ ਇੱਕੋ ਵਾਰੀ ਲੈ ਕੇ ਆਣਾ, ਇਹ ਬਹੁਤ ਗਲਤ ਹੋ ਰਿਹਾ। ਇਹ ਠੀਕ ਨਹੀਂ ਹੈ। ਸੰਗਤ ਜੀ ਨੂੰ ਇਹਦੇ ਵਿੱਚ ਸੁਧਾਰ ਕਰਨਾ ਪਏਗਾ, ਕਿਉਂਕਿ ਇੱਕ ਵਾਰੀ ਜਿੱਥੇ ਵੀ ਆਰਤੀ ਹੋਣੀ ਹੈ ਇੱਕੋ ਆਰਤੀ ਹੋਣੀ ਹੈ, ਉਹ ਹੈ ਓਮ ਨਮः ਸ਼ਿਵਾय ਵਾਲੀ ਆਰਤੀ, ਓਮ ਜੈ ਸ਼ਿਵ ਓਮਕਾਰ ਵਾਲੀ ਆਰਤੀ, ਸ਼ਿਵ ਜੀ ਦੀ ਆਰਤੀ, ਬਸ। ਹੋਰ ਕੋਈ ਆਰਤੀ ਨੂੰ ਗੁਰੂ ਜੀ ਨੇ ਕੋਈ ਮਤਲਬ ਉਹ ਨਹੀਂ ਦਿੱਤੀ ਸੀ ਆਗਿਆ ਕਿ ਸਾਰੀ ਆਰਤੀ। ਇਹ ਵੀ ਆਰਤੀ ਕਦੋਂ ਹੋਈ ਮੈਨੂੰ ਨਹੀਂ ਪਤਾ, ਕਿਉਂਕਿ ਅਸੀਂ ਸਵੇਰੇ ਜਾਂਦੇ ਸੀਗੇ, ਸ਼ਾਮ ਨੂੰ ਵੈਸੇ ਜਿੱਦਣ ਦਾ ਤਿਉਹਾਰ ਹੁੰਦਾ ਸੀਗਾ ਕੋਈ, ਉਸ ਦਿਨ ਨੱਚਦੇ ਟੱਪਦੇ ਵੀ ਸੀ, ਐਸੀ ਗੱਲ ਨਹੀਂ ਹੈ। ਤੇ ਲੇਕਿਨ ਸ਼ਬਦ ਬਾਣੀ ਵਿੱਚ ਨਹੀਂ। ਔਰ ਇਹ ਆਰਤੀ ਨੂੰ ਵੀ ਗੁਰੂ ਜੀ ਦੇ ਟਾਈਮ ਦੇ ਵਿੱਚ ਨਹੀਂ ਹੁੰਦੀ ਸੀਗੀ, ਬਾਅਦ ਚੋਂ ਹੋਣ ਲੱਗੀ ਆ, ਲੇਕਿਨ ਇੱਕੋ ਵਾਰੀ ਹੁੰਦੀ ਸੀ, ਬਾਰ-ਬਾਰ ਨਹੀਂ ਆਰਤੀ ਹੁੰਦੀ ਸੀ। ਸੇ ਦੇਖੋ ਜਦੋਂ ਆਪਾਂ ਗੁਰੂ ਜੀ ਦਾ ਵੈਲਕਮ ਕਰਦੇ ਹਾਂ, ਗੁਰੂ ਜੀ ਗੱਦੀ ਤੇ ਵਿਰਾਜਮਾਨ ਹੋ ਜਾਂਦੇ ਆ, ਆਰਤੀ ਵੈਲਕਮ ਤੋਂ ਬਾਅਦ ਹੀ ਹੋਣੀ ਚਾਹੀਦੀ ਹੈ। ਔਰ ਸਾਧ ਸੰਗਤ ਨੂੰ ਵੈਲਕਮ ਤੋਂ ਪਹਿਲੇ ਹੀ ਆਉਣਾ ਚਾਹੀਦਾ ਹੈ, ਆਰਤੀ ਬਾਅਦ ਚੋਂ ਨਹੀਂ ਹੋਣੀ ਚਾਹੀਦੀ, ਕਿਉਂਕਿ ਆਰਤੀ ਤੋਂ ਬਾਅਦ ਹੀ ਸਾਰੇ ਭੋਗ ਲੱਗਣੇ ਆ। ਜਦੋਂ ਅਸੀਂ ਗੁਰੂ ਜੀ ਨੂੰ ਭੋਗ ਲਗਾ ਰਹੇ ਹਾਂ, ਚਾਹੇ ਉਹ ਜਲ ਪ੍ਰਸ਼ਾਦ ਹੈ, ਚਾਹੇ ਚਾਹ ਪ੍ਰਸ਼ਾਦ ਹੈ,
ਚਾਹੇ ਲੰਗਰ ਪ੍ਰਸ਼ਾਦ ਹੈ, ਆਰਤੀ ਪਹਿਲੇ ਹੋਣੀ ਚਾਹੀਦੀ ਹੈ ਵੈਲਕਮ ਤੋਂ ਬਾਅਦ ਹੀ। ਕਿਉਂਕਿ ਜਦੋਂ ਗੁਰੂ ਜੀ ਆਉਂਦੇ ਸੀ, ਗੁਰੂ ਜੀ ਦੀ ਬੈਠਦੇ ਹੀ ਸੰਗਤ ਜੀ ਨੇ ਆਰਤੀ ਕੀਤੀ ਹੈ। ਕਿਸੇ ਦੇ ਘਰ ਗਏ ਆ, ਹੁਣ ਜਿੱਦਾਂ ਮੇਰੇ ਘਰੇ ਆਏ ਆ, ਮੈਂ ਵੀ ਥਾਲੀ ਸਜਾ ਕੇ ਲਿਆਈ ਹਾਂ, ਗੁਰੂ ਜੀ ਦੀ ਆਰਤੀ ਕੀਤੀ ਹੈ, ਪਹਿਲੇ ਕੀਤੀ ਹੈ ਨਾ ਕਿ ਗੁਰੂ ਜੀ ਆ ਗਏ ਨਹੀਂ। ਜੇ ਗੁਰੂ ਜੀ ਗੱਦੀ ਤੇ ਬਿਰਾਜਮਾਨ ਹੋ ਗਏ ਨਹੀਂ, ਫਿਰ ਇੱਕ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਗੁਰੂ ਜੀ ਆ ਗਏ। ਉਸ ਟਾਈਮ ਚਾਹੇ 5 ਬੰਦੇ ਖੜੇ ਹੈ, ਚਾਹੇ 50 ਬੰਦੇ ਖੜੇ ਹੈ, ਚਾਹੇ ਜਿੰਨੀ ਮਰਜ਼ੀ ਸੰਗਤ ਖੜੀ ਹੈ, ਉਸ ਟਾਈਮ ਹੀ ਆਰਤੀ ਹੋਣੀ ਚਾਹੀਦੀ ਹੈ। ਸਤਸੰਗ ਦੇ ਵਿੱਚ ਸਭ ਤੋਂ ਪਹਿਲੇ ਤਾਂ ਗੁਰੂ ਜੀ ਸਾਨੂੰ ਇੱਕ ਡਿਸਪਲਿਨ ਸਿਖਾਉਂਦੇ ਸੀਗੇ ਕਿ ਚੁੱਪਚਾਪ ਬਿਲਕੁਲ ਮੌਨ ਰੱਖ ਕੇ आओ, ना इधर देखो ना उधर देखो, सिर्फ देखो कि गुरु जी गद्दी ते बैठे हुए ने और ਅਸੀਂ ਉਹਨਾਂ ਦੇ ਦਰਸ਼ਨ ਨੂੰ ਜਾ ਰਹੇ ਹਾਂ। ਇਹ ਚਿਲਾਣਾ ਸ਼ੁਰੂ ਕਰ ਦਿੰਦੇ, ਓਏ 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 ਓਮ ਬਣ ਗਿਆ ਜੀ, ਓਏ ਓਏ ਗੁਰੂ ਜੀ ਦਾ ਉਹ ਆ ਗਿਆ। ਨਹੀਂ, ਬੋਲੋ ਨਹੀਂ। ਸਾਨੂੰ ਪੂਰੀ ਮਰਿਆਦਾ ਚ ਰਹਿ ਕੇ, ਗੁਰੂ ਜੀ ਦਾ ਇੱਕ ਭਾਵ ਹੈ, ਜਿਸ ਨੂੰ ਜੋ ਚਾਹੀਦਾ, ਜਿਸ ਵਿੱਚ ਦਰਸ਼ਨ ਚਾਹੀਦੇ ਆ, ਗੁਰੂ ਜੀ ਨੂੰ ਉਸ ਤੇ ਦਰਸ਼ਨ ਦਿਖਦੇ ਆ। ਮੈਨੂੰ ਅੱਜ ਤੱਕ ਓਮ ਨਹੀਂ ਦਿਖਿਆ, ਮੈਨੂੰ ਅੱਜ ਤੱਕ ਗੁਰੂ ਜੀ ਦੀ ਇੱਥੇ ਸਰੂਪ ਨਹੀਂ ਦਿਖਿਆ, ਮੈਨੂੰ ਸਾਕਸ਼ਾਤ ਰੱਬ ਬੈਠਾ ਦਿਖਿਆ। ਮੈਂ ਸਾਕਸ਼ਾਤ ਰੱਬ ਨੂੰ ਬੈਠੇ ਦੇਖਦੀ ਹਾਂ। ਔਰ ਮੈਂ ਸਾਰੀ ਸਾਧ ਸੰਗਤ ਜੀ ਨੂੰ ਇਹ ਕਹਿੰਦੀ ਹਾਂ ਕਿ ਜਿਹੜੇ ਵੀ ਆਪਣਾ ਜਾਂਦੇ ਨੇ ਉਹ ਮਰਿਆਦਾ ਚ ਰਹਿਣ, ਸਿਰਫ ਉੱਥੇ ਰੱਬ ਨੂੰ ਦੇਖਣ। ਆਪਣੇ ਆਪਾਂ ਰੱਬ ਲਈ ਜਾ ਰਹੇ ਹਾਂ। ਘਰ ਦੇ ਵਿੱਚ ਵੀ ਸਤਸੰਗ ਕਰਦੇ ਆ, ਘਰਦਿਆਂ ਨੂੰ ਪੂਰਨ ਰੂਪ ਨਾਲ ਘਰ ਬੈਠਣਾ ਚਾਹੀਦਾ ਹੈ। ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿਸੇ ਨੂੰ ਕੁਝ ਮਿਲਿਆ, ਖਾਣ ਨੂੰ ਨਹੀਂ ਮਿਲਿਆ। ਨਹੀਂ, 2 ਘੰਟੇ ਗੁਰੂ ਜੀ ਵਾਸਤੇ ਪੂਰੀ ਮਰਿਆਦਾ ਚ ਰਹਿ ਕੇ ਚੁੱਪਚਾਪ ਆਪਣੇ ਉੱਥੇ ਸਥਾਨ ਤੇ ਬੈਠਣ। ਚਾਹੇ ਜਿਨ੍ਹਾਂ ਦੇ ਘਰ ਸਤਸੰਗ ਹੈ, ਚਾਹੇ ਉਹਨਾਂ ਦੇ ਘਰ ਸੰਗਤ ਆਈ ਹੈ, ਸਭ ਨੂੰ ਮਰਿਆਦਾ ਵਿੱਚ ਰਹਿਣਾ ਚਾਹੀਦਾ। ਕੋਈ ਆਵਾਜ਼ ਨਹੀਂ ਹੋਣੀ ਚਾਹੀਦੀ। ਈਵਨ ਕਿ ਗੁਰੂ ਜੀ ਦਾ ਸਤਸੰਗ ਚੱਲਦਾ, ਤੁਸੀਂ ਬਾਹਰ ਇੱਕ ਬੰਦਾ ਬਿਠਾ ਦਿਓ, ਇੱਕ ਸੰਗਤ ਨੂੰ ਬਿਠਾ ਦਿਓ, ਉੱਥੇ ਜਿਹੜੇ ਜਾਨਵਰ ਵੀ ਹੋਣਗੇ ਉਹ ਵੀ ਆਪਣੀ ਮਰਿਆਦਾ ਚ ਰਹਿ ਕੇ ਚੁੱਪਚਾਪ ਬੈਠਣਗੇ। ਔਰ ਉਸ ਟਾਈਮ ਤੁਸੀਂ ਉਹਨਾਂ ਨੂੰ ਚਾਹੇ ਦੁੱਧ ਪਾ ਦਿਓ, ਉਹ ਨਹੀਂ ਪੀਣਗੇ। ਇਸ ਲਈ ਉਸ ਵਕਤ ਆਪਣੀ ਮਰਿਆਦਾ ਦੇ ਅੰਦਰ ਰਹਿਣਾ ਚਾਹੀਦਾ ਹੈ। ਸਾਨੂੰ ਬਿਲਕੁਲ ਸ਼ਾਂਤ ਮਨ ਨਾਲ ਉਹ 2 ਘੰਟੇ ਦਾ ਮੌਨ ਰੱਖ ਕੇ ਹੀ ਬੈਠਣਾ ਚਾਹੀਦਾ। ਆਰਤੀ ਵੈਲਕਮ ਤੋਂ ਬਾਅਦ ਔਰ ਮਤਲਬ ਹਰ ਰਾਗੀ ਦੇ ਜਾਂ ਮਤਲਬ ਨਵੇਂ ਅੱਜ ਆ ਗਏ ਵੇ ਦੇਸ਼ ਵਿਦੇਸ਼ਾਂ ਚ ਦੇਖੀਦਾ ਕਿ ਮਤਲਬ ਕਿ ਸਾਰੀ ਪਲਟੀ ਗਈ ਹੈ। ਮਤਲਬ ਜਿਸ ਤਰ੍ਹਾਂ ਆਪਾਂ ਕਹਿੰਦੇ ਸੀ ਨਾ ਕਿ ਪਰਮਾਤਮਾ ਨੂੰ ਇੱਕ ਖਿਡੌਣਾ ਸਮਝ ਲਿਆ, ਔਰ ਮੈਨੂੰ ਵੀ ਇਸ ਤਰ੍ਹਾਂ ਲੱਗ ਗਿਆ ਕਿ ਜਿੱਥੇ ਬਾਹਰ ਦੇਖੋ, ਆਸਟ੍ਰੇਲੀਆ ਦੇ ਵਿੱਚ ਕੋਈ ਹੋਰ ਰਾਗੀ, ਉਧਰੋਂ ਕੁਝ ਹੋਰ ਰਾਗੀ, ਕੁਝ ਹਿੰਦੀ ਦੇ ਵਿੱਚ ਉਹ ਹੋਣ ਲੱਗੇ ਨੇ। ਇਹ ਮੈਨੂੰ ਥੋੜਾ ਜਿਹਾ ਠੀਕ ਨਹੀਂ ਲੱਗਿਆ, ਕਿਉਂਕਿ ਗੁਰੂ ਜੀ ਨੂੰ ਐਸਾ ਪਸੰਦ ਨਹੀਂ ਸੀਗਾ। ਗੁਰੂ ਜੀ ਕਹਿੰਦੇ ਸੀਗੇ ਤੁਸੀਂ ਘਰਾਂ 'ਚ ਜਾ ਕੇ ਜੋ ਮਰਜ਼ੀ ਕਰੋ, ਲੇਕਿਨ ਜਦੋਂ ਤੁਸੀਂ ਦਰਬਾਰ ਵਿੱਚ ਆ ਗਏ ਹੋ, ਇਹ ਸੱਚਖੰਡ ਦਾ ਦਰਬਾਰ ਹੈ, ਇਹਦੇ ਵਿੱਚ ਸਿਰਫ ਬਾਣੀ ਹੀ ਸੁਣੋ। ਉਹ ਚੱਲਣੇ ਚਾਹੀਦੇ ਆ ਸਿਰਫ ਸ਼ਬਦ। ਬਾਕੀ ਦਿਨ ਤੁਸੀਂ ਜੋ ਮਰਜ਼ੀ ਕਰੋ, ਲੇਕਿਨ ਅਗਰ ਤੁਸੀਂ ਗੁਰੂ ਜੀ ਦੇ ਦਰਬਾਰ 'ਚ ਆ ਗਏ ਹੋ, ਗੁਰੂ ਜੀ ਦੇ ਡੁਗਰੀ ਵਾਲੇ ਬੜੇ ਮੰਦਰ ਵਾਲੇ ਗੁਰੂ ਜੀ ਦੇ ਦਰਬਾਰ 'ਚ ਆ ਗਏ, ਗੁਰੂ ਜੀ ਦਾ ਸਤਸੰਗ ਸ਼ੁਰੂ ਹੋ ਗਿਆ, ਉੱਥੇ ਦੂਜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਉੱਥੇ ਸਿਰਫ ਗੁਰੂ ਜੀ ਦਾ ਹੀ, ਜੋ ਗੁਰੂ ਜੀ ਉਸ ਟਾਈਮ ਲਗਾਉਂਦੇ ਸੀਗੇ, ਉਹਦੇ ਵਿੱਚ ਹੀ ਰਹਿ ਕੇ ਸਾਨੂੰ ਉਹ ਸਾਰਾ ਕੁਝ ਕਰਨਾ ਚਾਹੀਦਾ। ਇਹ ਨਹੀਂ ਹੈ ਕਿ ਜੋ ਆਪਣੀ ਮਰਜ਼ੀ, ਜਿਹੜਾ ਆਉਂਦਾ ਆਪਣੀ ਮਰਜ਼ੀ ਕਰ ਰਿਹਾ। ਅੱਜ ਕੱਲ ਕੋਈ ਸਮਝਾ ਨਹੀਂ ਸਕਦਾ ਇਹਨਾਂ ਨੂੰ। ਇੱਕ ਸੰਦੇਸ਼ ਹੀ ਅਸੀਂ ਇੱਥੋਂ ਦੇ ਇੱਕ ਸੰਦੇਸ਼ ਹੀ ਦੇ ਸਕਦੇ ਹਾਂ ਕਿ ਜਿੰਨੀ ਵੀ ਨਵੀਂ ਸੰਗਤ ਹੈ, ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਮਰਿਆਦਾ 'ਚ ਰਹਿ ਕੇ ਗੁਰੂ ਜੀ ਦੀ ਪੁਰਾਣੀ ਕਿਸੇ ਵੀ ਸੰਗਤ ਨਾਲ ਡਿਸਕਸ਼ਨ ਕਰਕੇ ਤਦ ਉਸ ਆਪਣੇ ਸਤਸੰਗ ਨੂੰ ਸ਼ੁਰੂ ਕਰਨ। ਔਰ ਗੁਰੂ ਜੀ ਲਈ 2 ਘੰਟੇ ਜਿਹੜੇ ਹੈ ਉਹ ਖਾਣ ਪੀਣ 'ਚ ਧਿਆਨ ਨਾ ਦੇਣ, ਸਿਰਫ ਗੁਰੂ ਜੀ ਦੇ ਕੋਲੋਂ ਬਲੈਸਿੰਗ ਲੈ ਕੇ ਜਾਣ। ਅਸੀਂ ਤਾਂ 8-8 ਘੰਟੇ ਭੁੱਖੇ ਪਿਆਸੇ ਬੈਠੇ ਰਹਿੰਦੇ ਸੀ, ਤੇ ਨਾ ਭੁੱਖ ਸੀ ਨਾ ਪਿਆਸ ਸੀ। ਗੁਰੂ ਜੀ ਦੀ ਭੁੱਖ ਸੀ, ਗੁਰੂ ਜੀ ਦੀ ਪਿਆਸ ਸੀ। ਕਦੀ ਅਸੀਂ ਉੱਠ ਕੇ ਬਾਥਰੂਮ ਵਗੈਰਾ ਵੀ ਨਹੀਂ ਗਏ, ਜ਼ਮੀਨ ਤੇ ਹੀ ਬੈਠੇ ਹੁੰਦੇ ਸੀਗੇ। ਅੱਜ ਕੱਲ ਤਾਂ ਗੱਦੇ ਬਿਸਤਰੇ ਬਹੁਤ ਸਹੂਲੀਅਤ ਦੇਤੀ, ਗਰਮੀ ਦੇ ਵਿੱਚ ਏਸੀ, ਸਰਦੀ ਦੇ ਵਿੱਚ ਹੀਟਰ ਉਹ ਲੱਗੇ ਹੁੰਦੇ ਨੇ। ਤੇ ਸਾਡੇ ਟਾਈਮ ਤਾਂ ਕੁਝ ਵੀ ਨਹੀਂ ਸੀਗਾ, ਗਰਮੀਆਂ 'ਚ ਠੰਡੀ ਜ਼ਮੀਨ, ਸਰਦੀਆਂ 'ਚ ਗਰਮ ਜ਼ਮੀਨ। ਔਰ ਅੱਜ ਵੀ ਅਗਰ ਇਸ ਤਰ੍ਹਾਂ ਬੈਠਣ, ਅੱਜ ਵੀ ਸਾਕਸ਼ਾਤ ਵਿਸ਼ਵਾਸ ਕਰਕੇ ਬੈਠਣ ਕਿ ਸਾਡਾ ਰੱਬ ਗੱਦੀ ਤੇ ਬੈਠਾ ਹੋਇਆ, ਗੱਦੀ ਲਗਾ ਲੈਣਗੇ, ਉੱਥੇ ਗੁਰੂ ਜੀ ਦੀ ਫੋਟੋ ਰੱਖ ਦੇਣਗੇ। ਬੜੇ ਘਰਾਂ 'ਚ ਫੋਟੋ ਚਕਵਾਈ ਵੀ ਗੱਦੀ ਕਿਉਂ ਲਗਾ ਰਹੇ ਆ, ਨਹੀਂ ਲੋੜ ਹੈਗੀ। ਆ ਨਵੀਂ ਸੰਗਤ ਕਰਕੇ ਮੰਨ ਕੇ ਗੱਦੀ ਲਗਾਈ ਹੈ, ਨਹੀਂ ਤਾਂ ਅੱਛਾ ਭਲਾ ਗੁਰੂ ਜੀ ਜਿਹੜੇ ਦੀਵਾਨ ਤੇ ਬੈਠੇ ਸੀਗੇ ਉਹਦੇ ਉੱਤੇ ਫੋਟੋ ਰੱਖਦੇ ਸੀ, ਚੱਦਰ ਬਦਲ ਦਿੰਦੇ ਸੀਗੇ। ਇਹ ਬੈਠੇ ਨੇ ਸਾਹਮਣੇ ਗੁਰੂ ਜੀ, ਇਹ ਵਿਚੋਲੇ 'ਚ ਬੈਠੇ ਨੇ, ਇਹ ਗੁਰੂ ਜੀ ਦਾ ਚੋਲਾ ਹੈ। ਆ ਜਿਹੜਾ ਮੈਂ ਬਿਠਾਇਆ ਹੋਇਆ, ਇਹਦੀ ਇੱਕ ਸਜਾਵਟ ਕਰੀ ਹੈ ਮੈਂ ਗੁਰੂ ਜੀ ਦੀ ਗੱਦੀ ਦੀ, ਕਿ ਮੇਰੇ ਸਤਿਗੁਰੂ ਨੇ ਆ ਕੇ ਬੈਠਣਾ, ਨੋਟ ਚੋਲਾ। ਇੱਕ ਸਜਾਵਟ ਵਾਲੇ ਕੱਪੜੇ ਹੈ ਕਿ ਮੇਰੇ ਗੁਰਾਂ ਨੇ ਆ ਕੇ ਅੱਜ ਇੱਥੇ ਬੈਠਣਾ। ਅੱਜ ਮੈਂ ਚੋਲਾ ਗੁਰੂ ਜੀ ਮੇਰੇ ਆਪ ਆ ਕੇ ਆਉਂਦੇ ਆ। ਦੇਖੋ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਵੈਲਕਮ 'ਚ ਖੜੇ ਹੋਣਾ ਚਾਹੀਦਾ ਹੈ, ਸਰੂਪ ਲਿਆਉਣ ਦੀ ਲੋੜ ਨਹੀਂ ਹੈ। ਇਟ ਮੀਨਸ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਗੁਰੂ ਜੀ ਆ ਰਹੇ ਨੇ। ਉਹਨਾਂ ਨੂੰ ਲੱਗਦਾ ਇਸ ਸਰੂਪ ਦੇ ਨਾਲ ਗੁਰੂ ਜੀ ਹੈ, ਜਦਕਿ ਉਹ ਖੜੇ ਹੋ ਕੇ ਅੱਖਾਂ ਖੋਲ ਕੇ ਖੜੇ ਹੋਣਗੇ, ਸਾਕਸ਼ਾਤ ਉਹਨਾਂ ਨੂੰ ਰੱਬ ਦਿਖੇਗਾ। ਇਸ ਸਰੂਪ ਦੇ ਇੱਕ ਉਹਨਾਂ ਨੇ ਭੇਡ ਚਾਲ ਬਣਾ ਲਈ ਕਿ ਉਹ ਆਪਣੇ ਘਰ ਸਰੂਪ ਲੈ ਕੇ ਆਏ। ਕਈ ਵਾਰੀ ਆਪਾਂ ਕਿਸੇ ਦੇ ਘਰ ਸਰੂਪ ਲੈ ਕੇ ਜਾ ਰਹੇ ਹਾਂ। ਹੁਣ ਮੇਰੀ ਇੱਕ ਨੇਚਰ ਹੈ ਕਿ ਮੇਰੀ ਆਦਤ ਹੈ ਕਿ ਮੇਰੇ ਘਰ ਸੰਗਤ ਆ ਰਹੀ ਹੈ, ਗੁਰੂ ਜੀ ਆ ਰਹੇ ਨੇ, ਹਰ ਸੰਗਤ ਨਾਲ ਗੁਰੂ ਜੀ ਆਉਂਦੇ ਪਏ, ਗੁਰੂ ਜੀ ਦਾ ਵੈਲਕਮ ਕਰ ਰਹੀ ਹਾਂ ਕਿ ਗੁਰੂ ਜੀ ਦਾ ਵੈਲਕਮ ਕਰਦੀ ਹਾਂ ਕਿ ਹਰ ਸੰਗਤ ਦੇ ਅੰਦਰ ਗੁਰੂ ਜੀ ਹੈ, ਚਾਹੇ ਉਹਨਾਂ ਦੇ ਹੱਥ 'ਚ ਸਰੂਪ ਫੜਿਆ ਹੋਇਆ ਲੈ ਕੇ ਆ ਰਹੇ ਆ, ਚਾਹੇ ਉਹ ਹੈ। ਹੁਣ ਅਸੀਂ ਵੀ ਜਦੋਂ ਕਿਸੇ ਦੇ ਘਰੇ ਸਰੂਪ ਲੈ ਕੇ ਜਾਂਦੇ ਹਾਂ, ਉਹ ਇੱਕ ਅਲੱਗ ਤੋਂ ਵੈਲਕਮ ਹੁੰਦਾ ਹੈ। ਲੇਕਿਨ ਬਾਰ-ਬਾਰ ਸੰਗਤ ਜਿੱਥੇ ਹੁੰਦੀ ਹੈ, ਉੱਥੇ ਬਾਰ-ਬਾਰ ਗੁਰੂ ਜੀ ਦਾ ਸਰੂਪ ਲੈ ਕੇ ਜਾਣਾ, ਇਹ ਇੱਕ ਅੰਧ ਵਿਸ਼ਵਾਸ ਹੈ। ਵਿਸ਼ਵਾਸ ਨਹੀਂ ਹੈ ਉਹਨਾਂ ਨੂੰ ਕਿ ਰੱਬ ਆਪ ਚੱਲ ਕੇ ਆ ਰਿਹਾ। ਉਹਨਾਂ ਨੇ ਆਪਣੇ ਹੱਥਾਂ 'ਚ ਤਾਂ ਤੁਹਾਨੂੰ ਰੱਖਿਆ, ਸਾਨੂੰ ਸਾਰੀ ਸੰਗਤ ਨੂੰ ਰੱਖਿਆ ਹੋਇਆ। ਰੱਬ ਨੂੰ ਤਾਂ ਚੱਕ ਹੀ ਨਹੀਂ ਸਕਦੇ। ਜਿਹੜੀ ਸਾਰੀ ਪ੍ਰਿਥਵੀ ਨੂੰ ਉਹਨਾਂ ਨੇ ਆਪਣੇ ਹੱਥਾਂ 'ਚ ਚੱਕਿਆ ਹੋਇਆ, ਸਾਰੇ ਸੰਸਾਰ ਨੂੰ ਚੱਕਿਆ ਹੋਇਆ, ਉਹਨੂੰ ਅਸੀਂ ਕਿੱਦਾਂ ਚੱਕ ਸਕਦੇ ਹਾਂ?
ਸਗੋਂ ਅਗਰ ਅਸੀਂ ਇਹਨਾਂ ਤੋਂ ਦੂਰ ਰਹੀਏ, ਸਿਰਫ ਇੱਕੋ ਹੀ ਧਿਆਨ ਰੱਖੀਏ ਕਿ ਜੋ ਗੁਰੂ ਜੀ ਦੀ ਮਰਿਆਦਾ ਸੀਗੀ, ਕਿ ਅਸੀਂ ਇਹਨਾਂ ਚੱਕਰਾਂ 'ਚ, ਇਹਨਾਂ ਦਿਖਾਵਿਆਂ ਤੋਂ ਦੂਰ ਰਹਿ ਕੇ ਸਿਰਫ ਗੁਰੂ ਜੀ ਨਾਲ ਪ੍ਰੇਮ ਕਰੀਏ, ਸਿਰਫ ਗੁਰੂ ਜੀ ਨੂੰ ਦੇਖੀਏ, ਅਸੀਂ ਇਹ ਚੀਜ਼ਾਂ ਨੂੰ ਆਪਣੇ ਅੰਦਰ ਧਾਰੀਏ। ਤਿਤਲੀ ਦਿਖ ਗਈ, ਤਿਤਲੀ ਆ, ਇਹ ਕੋਈ ਗੁਰੂ ਜੀ ਥੋੜ੍ਹੇ ਨਾ ਤਿਤਲੀਆਂ ਬਣ ਕੇ ਘੁੰਮੇ ਨੇ, ਇਹ ਗੁਰੂ ਜੀ ਦੀਆਂ ਰੂਹਾਂ ਘੁੰਮ ਰਹੀਆਂ, ਜਿਹਨੂੰ ਗੁਰੂ ਜੀ ਭੇਜਦੇ ਆ, ਜਿਹੜੇ ਹੁਣ ਅਸੀਂ ਵੀ ਜਾਵਾਂਗੇ ਉੱਪਰ, ਅਸੀਂ ਕਹਾਂਗੇ ਗੁਰੂ ਜੀ ਉਹ ਬਹੁਤ ਸੋਹਣਾ ਸਤਸੰਗ ਕਰਾ ਰਿਹਾ, ਮੈਂ ਤਾਂ ਦੇਖਣਾ। ਉਹ ਕਹਿੰਦੇ ਤੂੰ ਉੱਥੇ ਜਾਏਂਗੀ, ਤੈਨੂੰ ਉੱਥੇ ਤਾਂਤਰਿਕ ਨੇ ਬੰਨ ਲੈਣਾ, ਭੂਤਨੀ ਸਮਝ ਕੇ, ਰੁਕ ਜਾ। ਉਹ ਸਾਨੂੰ ਰੰਗ ਬਿਰੰਗੀਆਂ ਤਿਤਲੀਆਂ ਦੇ ਰੂਪ 'ਚ ਭੇਜ ਦਿੰਦੇ, ਜਾਓ ਦੇਖ ਆਓ। ਗੁਰੂ ਜੀ ਕਦੀ ਆਪ ਪਾਲਕੀ 'ਚ ਨਹੀਂ ਬੈਠੇ, ਉਹ ਆਪ ਕਾਰ 'ਚ ਬੈਠ ਕੇ ਨਾਲ ਹੀ ਸੰਗਤ ਨੂੰ ਨਾਲ ਬਿਠਾ ਲੈਂਦੇ ਸੀ, ਕਿਸੇ ਨੂੰ ਵੀ ਕਹਿ ਦਿੰਦੇ ਸੀ, ਬਿਠਾ ਲੈਂਦੇ ਸੀ। ਮੈਨੂੰ ਯਾਦ ਹੈ, ਅਸੀਂ ਉੱਥੇ ਮਤਲਬ ਅੰਪਾਇਰ ਸਟੇਟ ਗਏ ਤੇ ਗੁਰੂ ਜੀ ਉਸ ਤੇ ਬੈਠੇ ਹੋਏ ਸੀ, ਪੁਨੀਤ ਬਜਾਜ ਜਿਹੜੇ ਹੈਗੇ ਆਪਣੇ, ਇਹਨਾਂ ਨੂੰ ਗੁਰੂ ਜੀ ਨੇ ਆਪਣੇ ਨਾਲ ਬਿਠਾਣੇ, ਵਿਚਾਰੇ ਬੈਠਣ ਨਾ, ਮਤਲਬ ਕਿ ਗੁਰੂ ਜੀ ਇਸ ਤਰ੍ਹਾਂ ਪਾਲਕੀਆਂ ਦੇ ਵਿੱਚ ਬਿਠਾਣਾ ਵੀ ਗਲਤ ਹੈ। ਗੁਰੂ ਜੀ ਆਉਂਦੇ ਆ, ਗੁਰੂ ਜੀ ਨੂੰ ਵਿਸ਼ਵਾਸ ਰੱਖੋ ਕਿ ਗੁਰੂ ਜੀ ਆ ਰਹੇ ਆ, ਫਿਰ ਤੁਸੀਂ ਉਹਨਾਂ ਦੀ ਪਾਲਕੀ ਦੇਖੋ ਉਹ ਕਿੱਦਾਂ ਆਉਂਦੇ ਪਏ, ਤੁਸੀਂ ਖੜੇ ਵੀ ਨਹੀਂ ਹੋ ਸਕੋਗੇ, ਕੰਬ ਜਾਓਗੇ, ਤੁਹਾਡੀ ਰੂਹਾਂ ਕੰਬਣਗੀਆਂ ਕਿ ਗੁਰੂ ਜੀ ਆ ਗਏ, ਕਰੰਟ ਦੌੜਦਾ ਅੰਦਰੋਂ ਜਦੋਂ ਗੁਰੂ ਜੀ ਦਿਖ ਜਾਂਦੇ ਨੇ। ਮੇਰੇ ਮਾਲਿਕ ਦਾ ਅਨੰਤਮ ਸ਼ੁਕਰਾਨਾ, ਜੈ ਗੁਰੂ ਜੀ।